ਧੰਨ ਵਾਹਿਗੁਰੂ ਸਾਹਿਬ ਜੀ। ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ। ਲੇਖਾ ਰਬ ਮੰਗੇਸੀਆ, ਤੂੰ ਆਹੋਂ ਕੇਰੇ ਕੰਮ। ਫਰੀਦਾ ਜਿਨੀ ਕਮੀ ਨਾਹੀਂ ਗੁਣ, ਤੇ ਕਮੜੇ ਵਿਸਾਰ। ਮਤ ਸਰਬੰਦਾ ਥੀਵਈ, ਸਾਈਂ ਦੇ ਦਰਬਾਰ। ਸਤਨਾਮ ਧੰਨ ਵਾਹਿਗੁਰੂ ਜੀ। ਤਿਲੰਗ ਮਹਿਲਾ ਨੌਵਾਂ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਓ ਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਓ ਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਰਹਾਉ ਸੰਪਤ ਰਥ ਧਨ ਰਾਜ ਸਿਉ, ਅਤ ਨੇਹ ਲਗਾਇਓ। ਕਾਲ ਫਾਸ ਜਬ ਗਲ ਪਰੀ, ਸਭ ਭਇਓ ਪਰਾਇਓ। ਜਾਨ ਬੂਝ ਕੇ ਬਾਵਰੇ, ਤੈਂ ਕਾਜ ਵਿਗਾਰਿਓ। ਪਾਪ ਕਰਤ ਸੁਕਚਿਓ ਨਹੀਂ, ਨਹਿ ਗਰਭ ਨਿਵਾਰਿਓ। ਜਿਹ ਬਿਦ ਗੁਰ ਉਪਦੇਸਿਆ, ਸੋ ਸੁਨ ਰੇ ਭਾਈ। ਨਾਨਕ ਕਹਿਤ ਪੁਕਾਰ ਕੈ, ਗਹੁ ਪ੍ਰਭ ਸਰਨਾਈ। ਜਿਹ ਬਿਧ ਗੁਰ ਉਪਦੇਸਿਆ, ਸੋ ਸੁਨ ਰੇ ਭਾਈ। ਨਾਨਕ ਕਹਿਤ ਪੁਕਾਰ ਕੈ, ਗਹੁ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ। ਸੰਧਿਆ ਵੇਲੇ ਗੁਰੂ ਦਰ ਤੇ ਨਤਮਸਤਕ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਾਹਿਬਾਂ ਦਾ ਪਾਵਨ ਬਚਨ ਹੈ, ਬਬਾਣੀਆਂ ਕਹਾਣੀਆਂ ਪੁੱਤ ਸਪਤ ਕਰਿਆ। ਗੁਰੂ ਬਾਬੇ ਦੀਆਂ ਜੋ ਕਥਾਵਾਂ ਨੇ, ਉਹਨਾਂ ਦਾ ਜੋ ਇਤਿਹਾਸ ਹੈ, ਜੋ ਉਹਨਾਂ ਦੀਆਂ ਸਿੱਖਿਆਵਾਂ ਨੇ, ਅਸੀਂ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਹਨ। ਇਸ ਕਰਕੇ ਹੀ ਅਸੀਂ ਗੁਰੂ ਦਰ ਤੇ ਆਉਂਦੇ ਹਾਂ, ਆਪਣੇ ਗੁਰੂ ਪਿਤਾ ਜੀ ਦੀਆਂ ਬਾਤਾਂ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਦੇ ਹਾਂ। ਆਓ ਗੁਰੂ ਤੇਗ ਬਹਾਦਰ ਮਹਾਰਾਜ ਦੀ ਅੰਮ੍ਰਿਤ ਬਾਣੀ ਦੀ ਜੋ ਲੜੀਵਾਰ ਵਿਚਾਰ ਅਸਥਾਨ ਤੇ ਚੱਲ ਰਹੀ ਹੈ, ਇਸ ਵਿਚਾਰ ਦੇ ਅਧੀਨ ਅੱਜ ਆਪਾਂ ਤਿਲੰਗ ਰਾਗ ਦਾ ਇਹ ਤੀਜਾ ਸ਼ਬਦ ਹੈ।
इस दा मूल पाठ हुणे ही आप जी ने सरवण किया। पावन अंक 727 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਗੁਰੂ ਮਹਾਰਾਜ ਇਹਨਾਂ ਸ਼ਬਦਾਂ ਦੇ ਰਾਹੀਂ ਮਨੁੱਖ ਨੂੰ ਸਮਝਾ ਰਹੇ ਹਨ ਕਿ ਇਹ ਮਨੁੱਖ, ਇਹ ਜ਼ਿੰਦਗੀ ਜੋ ਤੈਨੂੰ ਪ੍ਰਾਪਤ ਹੋਈ ਹੈ, ਮਿਲਿਆ ਹੋਇਆ ਇਹ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ। ਇਸ ਕਰਕੇ ਉਹ ਕੰਮ ਕਰ, ਇਸ ਜ਼ਿੰਦਗੀ ਦੇ ਅੰਦਰ ਜਿਹੜਾ ਕੰਮ ਜਾਂ ਜਿਹੜੀ ਸਿਫਤ ਤੇਰੇ ਨਾਲ ਤੇਰਾ ਸਾਥ ਦੇਣ ਵਾਲੀ ਹੈ, ਜਾਂ ਜਿਹੜੀ ਮਾਲਕ ਦੀ ਵਡਿਆਈ ਤੇਰਾ ਅਸਲ ਸਾਥੀ ਹੈ, ਉਸ ਪਰਮਾਤਮਾ ਦੀ ਸਿਫਤ ਕਰ। ਪਰ ਤੂੰ ਤਾਂ ਸੰਸਾਰ ਦੇ ਵਿੱਚ ਇਹਨਾਂ ਪਦਾਰਥਾਂ ਵਿੱਚ ਖਿੱਚਦਾ ਹੈ, ਗਲਤਾਨ ਹੈ, ਪਾਪ ਕਰਨ ਤੋਂ ਕਦੀ ਸੰਗਦਾ ਨਹੀਂ ਹੈ। ਆਓ ਇਹ ਸਾਡੇ ਸਾਰਿਆਂ ਵਾਸਤੇ ਜੋ ਪ੍ਰੇਰਨਾ ਗੁਰੂ ਸਾਹਿਬ ਜੀ ਕਰ ਰਹੇ ਹਨ, ਸੋ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ, ਪ੍ਰੇਮ ਸਹਿਤ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਇਸ ਸ਼ਬਦ ਦਾ ਜੋ ਕੇਂਦਰੀ ਭਾਵ ਹੈ, ਉਸ ਦੇ ਰਾਹੀਂ ਮਹਾਰਾਜ ਆਖ ਰਹੇ ਨੇ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਉਹ ਸਦ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ ਰਹਾਓ। ਇੱਥੇ ਗੁਰੂ ਸਾਹਿਬ ਜੀ ਨੇ ਮਨ ਨੂੰ ਸੰਬੋਧਨ ਕੀਤਾ। ਰੇ ਮਨਾ, ਰੇ ਦਾ ਅਰਥ ਹੁੰਦਾ ਹੈ, ਮਨਾ ਦਾ ਅਰਥ ਹੈ ਹੇ ਮਨ। ਹਰ ਜਸ ਗਾਏ ਲੈ, ਉਹ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰ, ਪਰਮਾਤਮਾ ਦੇ ਜਸ ਕਰਿਆ ਕਰ, ਵਾਹਿਗੁਰੂ ਜੀ ਦੀ ਵਡਿਆਈ ਕਰਿਆ ਕਰ। ਕਿਉਂ ਕਰੀਏ ਮਹਾਰਾਜ? ਮਨ ਪੁੱਛਦਾ ਹੈ, ਤੁਸੀਂ ਬਾਰ-ਬਾਰ ਕਹਿੰਦੇ ਹੋ ਮੈਨੂੰ ਕਿ ਵਡਿਆਈ ਕਰੋ, ਪਰਮਾਤਮਾ ਦੀ ਸਿਫਤ ਦੇ ਗੀਤ ਗਾਇਆ ਕਰੋ, ਉਸ ਮਾਲਕ ਦੀ ਵਡਿਆਈ ਕਰਿਆ ਕਰੋ। ਕਿਉਂ? ਮਹਾਰਾਜ ਕਹਿੰਦੇ ਸੋ ਜੋ ਸੰਗੀ ਹੈ ਤੇਰੋ। ਮਹਾਰਾਜ ਕਹਿੰਦੇ ਜਿਹੜੀ ਸਿਫਤ ਸਲਾਹ ਅਸਲ ਵਿੱਚ ਤੇਰੀ ਜ਼ਿੰਦਗੀ ਦਾ ਅਸਲਾ ਸਾਥ ਜੋ ਦੇਣ ਵਾਲੀ, ਉਹ ਸਿਫਤ ਸਲਾਹ ਪਰਮਾਤਮਾ ਦੀ, ਉਹੀ ਤੇਰੀ ਸੰਗੀ ਹੈ। ਪਰਮਾਤਮਾ ਦੀ ਵਡਿਆਈ, ਪਰਮਾਤਮਾ ਦਾ ਜਸ, ਉਸ ਦੀ ਉਪਮਾ। ਤੁਸੀਂ ਆਖੋਗੇ ਕਿ ਉਹ ਸਿਫਤ ਸਾਡਾ ਸਾਥ ਕਿਵੇਂ ਦਿੰਦੀ ਹੈ, ਪਰ ਗੁਰੂ ਸਾਹਿਬ ਕਹਿੰਦੇ ਉਹੀ ਤੇਰੀ ਸੰਗੀ ਹੈ, ਤੇਰੀ ਸਾਥੀ ਹੈ। ਯਾਦ ਰੱਖਣਾ, ਜੇ ਜੀਵਨ ਦੇ ਵਿੱਚ ਪਰਮਾਤਮਾ ਦੀ ਸਿਫਤ ਹੈ, ਪਰਮਾਤਮਾ ਦੀ ਵਡਿਆਈ, ਉਹ ਹਰ ਥਾਂ ਤੇ ਸਾਡਾ ਸਾਥ ਦਿੰਦੀ ਹੈ। ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਦੇਖਾਂਗੇ ਤੇ ਐਸਾ ਵੀ ਜੀਵਨ ਕਈ ਵਾਰੀ ਆ ਜਾਂਦਾ ਹੈ ਜਦੋਂ ਮਹਾਰਾਜ ਕਹਿੰਦੇ ਜਾਕੋ ਮੁਸ਼ਕਲ ਅਤ ਬਣੈ ਢੋਹੀ ਕੋਈ ਨਾ ਦੇ। ਅੱਧੀ ਮੁਸ਼ਕਲ ਬਣ ਜਾਂਦੀ ਜੀਵਨ 'ਚ, ਕੋਈ ਬੰਦਾ ਆਸਰਾ ਨਹੀਂ ਦਿੰਦਾ। ਔਰ ਐਸੀ ਘੜੀ ਵਿੱਚ ਜ਼ਿੰਦਗੀ ਨੂੰ ਇੱਕ ਇੱਕ ਕਦਮ ਬਤੀਤ ਕਰਨਾ ਬੜਾ ਔਖਾ ਹੈ। ਜੇ ਸਾਡੇ ਕੋਲ ਪਰਮਾਤਮਾ ਦੀ ਸਿਫਤ ਹੈ, ਮਾਲਕ ਦਾ ਨਾਮ ਹੈ, ਉਸਦੀ ਵਡਿਆਈ ਹੈ, ਉਸਦਾ ਜਸ ਸਾਡੇ ਕੋਲ ਹੈ, ਅਸੀਂ ਉਸ ਸਮਾਂ ਨੂੰ ਗੁਜ਼ਾਰ ਲਵਾਂਗੇ। ਪਰ ਜੇ ਸਾਡੇ ਕੋਲ ਇਹ ਦਾਤ ਨਹੀਂ ਨਾ, ਉਹ ਸਮਾਂ ਸਾਡੇ ਕੋਲੋਂ ਕੀ ਕਰਾ ਦੇਵੇ ਸਾਨੂੰ ਪਤਾ ਨਹੀਂ। ਫਿਰ ਗੱਲ ਨੂੰ ਸਮਝਿਓ। ਮਹਾਰਾਜ ਕਹਿੰਦੇ ਉਸ ਪਰਮਾਤਮਾ ਦੀ ਸਿਫਤ ਕਰ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰ, ਕਿਉਂਕਿ ਇਹ ਸਿਫਤ ਸਲਾਹ ਹੀ ਤੇਰਾ ਅਸਲੀ ਸਾਥੀ ਹੈ। ਅਸਲੀ ਸਾਥ ਕੋਈ ਦੇ ਸਕਦਾ ਤਾਂ ਉਸ ਪਰਮਾਤਮਾ ਦੀ ਸਿਫਤ ਹੈ। ਕਿੱਥੇ ਕਿੱਥੇ ਸਾਥ ਦਿੰਦੀ ਹੈ? ਮਹਾਰਾਜ ਕਹਿੰਦੇ ਜਾਕੋ ਮੁਸ਼ਕਲ ਅਤ ਬਣੈ ਢੋਹੀ ਕੋਈ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਖ ਪੀ ਭਜ ਖਲੇ। ਸਾਰੇ ਦੁਸ਼ਮਣ ਬਣ ਜਾਣ, ਜਿਹੜੇ ਸਾਥੀ ਸਨ ਉਹ ਵੀ ਤੇਰਾ ਸਾਥ ਛੱਡ ਕੇ ਚਲੇ ਜਾਣ। ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ। ਸਾਰੇ ਆਸਰੇ ਜਿਹੜੇ ਉਹ ਨਸ ਜਾਣ ਤੇਰੇ ਕੋਲੋਂ, ਜਿਹੜਾ ਆਸਰਾ ਲਿਆ ਤੂੰ, ਪਰ ਉਹ ਸਭ ਸਾਥ ਛੱਡ ਜਾਣ। ਚੁੱਕੈ ਸਭ ਅਸਰਾਓ, ਜੋ ਤੂੰ ਮਨ ਵਿੱਚ ਵਿਚਾਰ ਕੀਤੀ ਸੀ ਉਹ ਸਾਰੇ ਵੀ ਤੇਰੇ ਜੀਵਨ ਦੇ ਵਿੱਚੋਂ ਕੋਈ ਵੀ ਤੈਨੂੰ ਨਜ਼ਰ ਨਾ ਆਵੇ, ਕੋਈ ਆਸਰਾ ਦਿਖਾਈ ਨਾ ਦੇਵੇ। ਤੇ ਗੁਰੂ ਸਾਹਿਬ ਨੇ ਇੱਕ ਬੜੀ ਪਿਆਰੀ ਗੱਲ ਆਖੀ, ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀ ਵਾਓ। ਜੇ ਵਾਹਿਗੁਰੂ ਚਿੱਤ ਆਉਂਦਾ ਹੈ, ਵਾਹਿਗੁਰੂ ਦੀ ਸਿਫਤ ਤੈਨੂੰ ਯਾਦ ਹੈ ਨਾ, ਤੇ ਉਸ ਪਰਮਾਤਮਾ ਦੀ ਸਿਫਤ ਹੀ ਹੈ ਤੇਰੇ ਜੀਵਨ ਵਿੱਚ, ਜੋ ਤੈਨੂੰ ਤਤੀ ਵਾਹ ਨਹੀਂ ਲੱਗਣ ਦੇਗੀ। ਨਹੀਂ ਤਾਂ ਮੁਸ਼ਕਲ ਦੇ ਵੇਲੇ ਬੰਦਾ ਕੀ ਕੁਛ ਕਰ ਲੈਂਦਾ। ਔਰ ਮੁਸ਼ਕਲ ਸਮਾਂ ਆਉਂਦਾ, ਮਨੁੱਖ
कई बार अपने जीवन किरदार तो डिग जाता है। इस करके साहिब जी सानू कह रहे ने मना भी परमात्मा की सिफ सलाह दे गीत गाया कर, क्योंकि वाहिगुरु की सिफ सलाह यही तेरा साथी है, यही तेरी संगी है सिफती, जब परमात्मा का जस ही तेरा साथ देने वाला है। हुण मनुख जो गुरु साहब कहते ने मना गाल है परमात्मा के गुण सिफत कर लै, ये साथी है। ठीक है, तुसीं कहते हो, मैं मन लैना भी सिफत सलाह मेरा साथ देगी, पर अजे किहड़ा उम्र लंघ गई, पूरी उम्र पई है, जिंदगी पई है, सारी उम्र यही करांगे। बंदा यही कहता ना अक्सर भी अजे किहड़ा वक्त लंघिया, अजे क्या समा लंघिया, कर लवांगे जो औखा टाइम आएगा वेख लांगे, उदों सिफत कर लांगे। मर कहते गल याद रखें, जे अज टाल मटोल कीती तो अपनी जिंदगी वाल देख, थोड़ा ध्यान मार के, ओसर बीतियो जात है। ये जिहड़ा अवसर मिलिया ना, गुरु साहब कहते ने ये उम्र का समा जिहड़ा लंघदा जा रहा है, ये उम्र बतीत होंदी जा रही है। ते नाल कहन लगे कहो मान लै मेरो, मार कहने मेरा वचन मन लै, मेरा वचन मन लै, तैनूं दस रहा मैं, ये उम्र जिहड़ी है वो बतीत होंदी जा रही है, उम्र का मिलिया होया समा लंघदा जा रहा है। इस करके मेरा कहा मन के सदो कहने हरि परमात्मा का जस कर, परमात्मा की सिफत सलाह करया कर, क्योंकि सिफत सलाह ने ही तेरा साथ देना है। सिफत दुख विच भी साथ देंदी है, सुख दे विच भी साथ देंदी है, गरीबी विच भी साथ देंदी है, अमीरी विच भी साथ देंदी है। भावें कई बार देखांगे कि सुख का समा बंदे का सौखा लग जाता है, अमीरी का समा बंदे का सौखा लग जाता है, पर जो दुख आवे, जो गरीबी आवे, उस वेले समा बतीत करना प्यारो बड़ा औखा होंदा है, बहुत औखा है। पर सतगुर कहते जिस वेले तेरे कोल सिफत सलाह होएगी, परमात्मा की याद होएगी, उसका सिमरन होएगा, तो उस अवस्था दे विच भी तू सिफत सलाह की बरकत दे नाल जिंदगी नूं गुजार सकदा है। जिन्होंने ये गल समझ आ गई, या जिन्हों के पल्ले गुरु का एक ज्ञान, गुरु का एक जस पै गया ना, उन्होंने बाबत मेरे गुरु अर्जन देव जी महाराज ने कह दिता कि वो बंदे वसता टुटी झुंपड़ी चीज सच ना, वसदे हुण टुटे हो घर विच, उन्हां दे कपड़े पाटे हो, अद्धी गरीबी होवे। गरीबी विच अक्सर बंदा डोल जाता है, छड़क जाता है। पर महाराज कहते जे परमात्मा की सिफत सलाह किसी कोल है, उस मनुख दे कोल कुछ भी ना होवे, संसार दे धन पदार्थ सुख भी ना होण, ते महाराज कहते बसता टुटी झुंपड़ी चीज सब छिन्ना, जात ना पत ना आदरो उद्यान भरमिना, इठ ना मित्र तनहीन कि साक ना सिन्ना, राजा सगली सृष्टि का हर नाम मन भिन्ना। सारी सृष्टि का राजा जिदा मन परमात्मा की सिफत नाल, परमात्मा नाम नाल भिज गया। इस करके मार कहते वो नाम तेरे पल्ले होना चाहिए, क्योंकि उम्र तेरी जिहड़ी है वो बतीत होंदी जा रही है, समा जीवन का लंघदा जा रहा है। इस करके साधु कहते मेरा वचन मन लै। याद रखना कई बार जिंदगी च ऐसा होंदा है कि बच्चे जिहड़े हुंदे ने ना, वो कई बारी अपने माता पिता का आख्या नहीं मनते, ते माता पिता देखते हैं भी जे साडा आख्या नहीं मनते कोई नहीं, टीचर का मनते हैं तो वो टीचर के राही उन्होंने कुछ अखवाना चाहते भी चलो साडा नहीं मनते कोई नहीं, अपने टीचर का मन लो। कई टीचर का नहीं मनते, अपने मित्र का आख्या मनते, तो असीं सोचते भी मित्र के राही उसनूं कहवा दईए भी ये मित्र का आख्या मनदा है। इस तरीके दे नाल जदों सिख देखदा है भी ये सिख दूजे दे आखे लग के नहीं आख्या मनदा जां नहीं सुनदा, ते कई बारी कह जांदा गुरु साहब तुसीं आखो तुहाडा आख्या मन लैणा है जी। और ऐसी बहुत सारियां साखियां ने गुरु इतिहास दे विच जिथे कि सिख जिहड़े ने अपने बच्चों नूं लैके गुरु घर दे विच आउंदे रहे भी साहिब जी तुसीं किरपा करो ये साडे आखे नहीं लगदे। जब गुरु तेग बहादुर नाल जुड़ी हुई एक साखी अक्सर असीं सुनते हैं, एक माई आउंदी है गुरु साहब जी के दरबार विच, कहंदी गुरु साहब इसनूं वैद ने भी रोकिया,
मैं भी रोकिया, पर यह बच्चा गुड़ बहुत ज्यादा खांदा है, फोड़े बने ने, यह छड्डदा कोई नहीं। गुरु तेग बहादुर महाराज जी का कहना भी माई एक काम करी, एक हफ्ता बाद लैके आई। माई एक हफ्ता बाद लैके आई। गुरु साहब जी ने इको ही गल कही, पुत्र जे फोड़े निकले ने और वैद भी गुड़ खान नूं रोकदा है, माता पिता भी आखदे ने, ते पुत्र अज तो बाद एक काम करी, गुड़ ना खावी, तैनूं फोड़े निकले ने, ये ठीक हो जाणगे। हथ ते सिर ते हथ फेर रहे ने गुरु तेग बहादुर महाराज, नाल प्यार नाल कह रहे ने, पुत्र तू गुड़ ना खावी, कुछ दिनों दी ते गल है, तू ठीक हो जावेगा, फिर खा लवी। प्यार वाले सच जानना, उस माई ने लोग एक सवाल किया, महाराज जी इतनी गल कहनी सी ते एक हफ्ता पहला कह देनी सी, भी एक हफ्ता बाद तुसीं क्या फिर आउणा मेरे कोल। महाराज कहंदे एक हफ्ता पहला मैं आप गुड़ खाउंदा सी, मैं आप छड्डिया तां इस बच्चे नूं आखिया। हुण इस दे विच दो गल्लां मिलदियां सानूं साखी चों, एक तां इह कि साडा आखिया बच्चे तां नहीं मंनदे क्योंकि असीं जो करदे हां, जो कहंदे हां, वो आप नहीं कमाउंदे। असीं बच्चे नूं कहंदे भी शराब छड्ड दो, ते असीं आप बोतलां खोल के बैठे हुंदे हां। वो बच्चे नूं कहंदे भी ये बड़ी माड़ी चीज़ है, इहदे हत्थ ना लाई, ते आप बापू सामने बैठा पी जांदा। की असर होएगा? कि बच्चे मनणगे? ये बापू कहंदा ते आप ये काम करदा। होर कई काम ऐसे ने जिन्हां नूं बापू आप कर रहा हुंदा है, वो जदों बच्चों नूं कहंदा है, बच्चे अगों कह दिंदे तुसीं भी तां ये काम करदे हो। तो इस साखी तो यह प्रेरणा मिलती है कि जिहड़ी गल अपने बच्चों नूं सिखानी है, जिस तरह का तुसीं अपने बच्चों का किरदार चाहते हो, पहला अपना किरदार बनाओ, अपने आप उन्हां दा किरदार उस तरह का बन जाएगा। दूजी गल ये कि गुरु का वचन कह मन के उस बच्चे ने गुरु साहब का आख्या मन के गुड़ छड्ड दिता, ठीक हो गया। क्योंकि कई बार मां का कहना, वैद का आख्या नहीं मन्निया, पर गुरु ने कहा, क्योंकि पता सी गुरु महाराज ने सानू जीवन का रस्ता दिखाने वाले ने। इस करके गुरु तेग बहादुर महाराज आखन लगे भी तू मेरे वचन नूं मन लै, तेरा उम्र जिहड़ी मिली सी ना, उम्र का समा ये लंघदा जा रहा, बतीत होंदा जा रहा। फिर अगले वचन कीते, संपत रथ धन राज स्यों अत नेह लगायो। मार कहंदे हे मन, देख तू मनुख तन पदार्थ रथ माल राज नाल बड़ा मोह करता है, अत दा मोह है मनुख दा। इन्हां चीज़ां दे नाल अत दा मोह पा के रखता है मनुख। इत्थे पाठ करांगे, अत नेह लगायो, नेहो पाठ नहीं करांगे। नन्ने नूं ला हाय नूं औंकड़ उचारण वास्ते नहीं है, ये एक वचन पुल्लिंग नूं दर्शान वास्ते है। इत्थे नेह दा अर्थ है मोह। इस करके इहनूं नेहो पाठ नहीं करांगे। जिथे नेहों की लोड़ सी गुरबाणी विच, उत्थे गुरु साहब ने हाय नूं होड़ा ला ही दिता है। पर जिथे एक वचन पुल्लिंग करके गुरु साहब ने अखर उचारण किए, उत्थे हर थां ते नेह दे हाहे नूं औंकड़ है, पर उत्थे उचारण वास्ते नहीं लगी, उत्थे केवल अर्थां करके लगी हुई है। ये भी आपां बाणी नूं पढ़दे हां, ध्यान च रखनी गल। इत्थे कहंदे संपत रथ धन राज स्यों अत नेह लगायो। हे मन, मनुख तन पदार्थ रथ माल राज नाल बड़ा मोह करता है। काल फास जब गल परी सब भयो परायो। पर जदों मौत की फाई गले विच पैंदी है ना, अमर कहने हर एक चीज बेगानी हो जाती है। ये गल याद रखना, कई बार असी अपने कमाया होया धन, इकत्र कीतियां हुई वस्तुआं दूजे नूं बरतन वास्ते नहीं देंदे, क्योंकि मेरी दे उत्ते मोहर लगी हुई है, मेरा धन है, मेरियां कमाईयां वस्तुआं ने, मैं तुहानूं नहीं बरतन देंदा। बंदे नूं यह सोच लेना चाहिए कि यह सब कुछ बरतन वास्ते और जिउंदियां दी है। जे अज ही मौत हो जाए, अज ही श्वास निकल जान, जिन्हां नूं कहंदा सी मेरी है, मैं नहीं तुहानूं हथ लाण दिंदा, ते श्वास निकलन की देर है, सतगुरु कहते ने सब भयो परायो। जो कुछ तेरे कोल है ना, हर एक चीज बेगानी हो जानी, तेरे कोल कुछ भी नहीं है। और जीवन च असीं कितना मान कर देना चीज़ां भी मेरा घर, ये घर मेरा है, ये कार मेरी है, ये समान मेरे ने, तुसीं कौन हुंदे हो हथ लाउण वाले।
ਬੰਦੇ ਨੂੰ ਇਹ ਸਮਝਣੀ ਵੀ ਇਹ ਤੇਰਾ ਕੁਝ ਵੀ ਨਹੀਂ। ਜਦੋਂ ਤੱਕ ਸਵਾਸ ਨੇ ਉਦੋਂ ਤੱਕ ਹੈ, ਜਦੋਂ ਸਵਾਸ ਨਿਕਲ ਕੇ ਇਹ ਸਭ ਕੁਝ ਬੇਗਾਨਾ ਹੋ ਜਾਣਾ, ਤੇਰਾ ਆਪਣਾ ਇਹਨਾਂ ਵਿੱਚੋਂ ਕੁਝ ਵੀ ਨਹੀਂ ਰਹਿਣਾ, ਸਭ ਕੁਝ ਬੇਗਾਨਾ ਹੋ ਜਾਣਾ। ਇਸ ਕਰਕੇ ਗੁਰੂ ਸਾਹਿਬ ਜੀ ਇੱਥੇ ਜੀਵਨ ਦੀ ਇਹ ਪਿਆਰੀ ਸੁਚੱਜੀ ਜਾਚ ਬਖਸ਼ ਰਹੇ ਨੇ ਕਿ ਸਾਨੂੰ ਪਰਿਵਾਰ 'ਚ ਕਿਵੇਂ ਰਹਿਣਾ ਹੈ, ਸਮਾਜ 'ਚ ਕਿਵੇਂ ਰਹਿਣਾ ਹੈ। ਗੁਰਸਿੱਖੀ ਦਾ ਜਿਹੜਾ ਮਾਰਗ ਹੈ ਨਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਵੰਡ ਛਕੋ ਦੀ ਭਾਵਨਾ ਦਾ ਅਰਥ ਹੀ ਇਹ ਸੀ ਕਿ ਸਭ ਕੁਝ ਮਾਲਕ ਦਾ ਦਿੱਤਾ ਹੈ, ਆਪਣੇ ਦਿੱਤੇ ਹੋਏ ਵਿੱਚ ਦੂਜੇ ਨਾਲ ਉਸ ਨੂੰ ਵੰਡ ਕੇ ਛਕਣਾ, ਦੂਜੇ ਨਾਲ ਸ਼ੇਅਰ ਕਰ ਲੈਣੀ ਚੀਜ਼। ਮੈਂ ਕਹਿੰਦਾ ਇਤਨਾ ਪਿਆਰਾ ਨੁਕਤਾ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੇ ਸਿਧਾਂਤ ਵਿੱਚੋਂ ਦਿੱਤਾ ਹੈ। ਔਰ ਇੱਕ ਯਾਦ ਰੱਖਣਾ, ਕਿਰਤ ਵਿੱਚੋਂ ਵੀ ਵੰਡ ਕੇ ਛਕਣਾ ਔਰ ਨਾਮ ਦੇ ਵਿੱਚੋਂ ਵੀ ਵੰਡ ਕੇ ਛਕਣਾ। ਜਿਹੜੀ ਤੁਸੀਂ ਕਿਰਤ ਕਰਦੇ ਹੋ ਉਸ ਨੂੰ ਵੀ ਦੂਜਿਆਂ ਦੇ ਨਾਲ ਸ਼ੇਅਰ ਕਰੋ। ਜਿਹੜਾ ਨਾਮ ਜਪਦੇ ਹੋ ਨਾਮ ਨੂੰ ਵੀ ਸ਼ੇਅਰ ਕਰੋ। ਅਸੀਂ ਨਿੰਦਾ ਚੁਗਲੀ ਤਾਂ ਸ਼ੇਅਰ ਕਰਦੇ ਹਾਂ ਲੋਕਾਂ ਨਾਲ, ਦੂਜੇ ਦਾ ਹੋਰ ਬੜਾ ਕੁਛ ਅਸੀਂ ਸ਼ੇਅਰ ਕਰਦੇ ਹਾਂ, ਫਲਾਣੇ ਦੇ ਘਰ ਇਹ ਹੋ ਰਿਹਾ, ਉਹਦੀ ਨੂੰਹ ਇੱਦਾਂ ਦੀ, ਉਹਦਾ ਪੁੱਤਰ ਇੱਦਾਂ ਦਾ, ਇਹ ਸਭ ਕੁਝ ਸ਼ੇਅਰ ਕਰਦੇ ਹਾਂ, ਪਰ ਕਦੀ ਅਸੀਂ ਕਿਸੇ ਦੀ ਚੰਗਿਆਈ ਸ਼ੇਅਰ ਨਹੀਂ ਕਰਦੇ। ਚੰਗਾ ਵੀ ਤੇ ਹੋ ਰਿਹਾ ਨਾ ਸਮਾਜ ਦੇ ਅੰਦਰ, ਸਭ ਮਾੜਾ ਹੀ ਤੇ ਨਹੀਂ ਚੱਲ ਰਿਹਾ। ਸਾਨੂੰ ਚਾਹੀਦਾ ਤੇ ਇਹ ਸੀ ਵੀ ਅਸੀਂ ਚੰਗਿਆਈ ਵੀ ਲੋਕਾਂ ਦੇ ਨਾਲ ਸ਼ੇਅਰ ਕਰਦੇ। ਹਰ ਵੇਲੇ ਨਿੰਦਾ ਚੁਗਲੀ ਦੇ ਵਿੱਚ ਮੇਰ ਤੇਰ ਦੀਆਂ ਗੱਲਾਂ, ਹਉਮੈ ਹੰਕਾਰ ਦੀਆਂ ਗੱਲਾਂ ਕਿਉਂ? ਕਿਉਂਕਿ ਸਾਨੂੰ ਨਾ ਅਜੇ ਕਿਰਤ ਕਰਨੀ ਆਈ, ਨਾ ਨਾਮ ਜਪਣਾ ਆਇਆ, ਨਾ ਵੰਡ ਸਕਣਾ ਆਇਆ। ਅਸੀਂ ਸਮਝਦੇ ਵੀ 4 ਪੈਸੇ ਇਕੱਠੇ ਕਰਕੇ ਉਹਦੇ ਵਿੱਚੋਂ ਕੁਝ ਪੈਸੇ ਗੁਰਦੁਆਰੇ ਦੇ ਦਿੱਤੇ, ਬਸ ਸ਼ੇਅਰ ਹੋ ਗਿਆ। ਅਸੀਂ ਵੰਡ ਕਿਰਤ ਨੂੰ ਸ਼ੇਅਰ ਕਰ ਲਿਆ। ਪਰ ਕੱਲਾ ਇਹ ਨਹੀਂ, ਹੋ ਸਕਦਾ ਤੁਹਾਡੇ ਦੁਕਾਨ ਦੇ ਵਿੱਚ ਹੀ ਜਿਹੜਾ ਬੰਦਾ ਕੰਮ ਕਰ ਰਿਹਾ, ਹੋ ਸਕਦਾ ਤੁਹਾਨੂੰ ਜਿਹੜਾ ਧਨ ਤੁਸੀਂ ਕਮਾ ਰਹੇ ਹੋ, ਦਸਵੰਧ ਕਰ ਰਹੇ ਹੋ ਸਕਦਾ ਉਹਨੂੰ ਵੀ ਲੋੜ ਹੋਵੇ ਤੁਹਾਨੂੰ ਕਿ ਉਹਦੇ ਨਾਲ ਸ਼ੇਅਰ ਕਰਕੇ ਉਹਦੇ ਬੱਚਿਆਂ ਦੀ ਹੋ ਸਕਦਾ ਕਿਤਾਬਾਂ ਆ ਜਾਣ, ਵਰਦੀ ਆ ਜਾਵੇ, ਉਹਦਾ ਬੱਚਾ ਵੀ ਪੜ੍ਹ ਲਿਖ ਜਾਏ, ਕਿ ਕੱਲ ਨੂੰ ਤੁਹਾਨੂੰ ਅਸੀਸਾਂ ਨਹੀਂ ਮਿਲਣਗੀਆਂ, ਕਿ ਉਹ ਅਸੀਸਾਂ ਨਹੀਂ ਦੇਗਾ, ਦੇਗਾ। ਲੱਖ ਵਾਰੀ ਬੰਦਾ ਕਹਿੰਦਾ, 100 ਬੰਦਿਆਂ ਨੂੰ ਕਹਿੰਦਾ। ਔਰ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਜ਼ਿੰਦਗੀ 'ਚ, ਲੋਕ ਜਾ ਕੇ ਕਹਿੰਦੇ ਨੇ ਕਿ ਸਾਡੇ ਬੱਚੇ ਨਹੀਂ ਸੀ ਪੜ੍ਹ ਸਕਦੇ, ਫਲਾਣੇ ਸਰਦਾਰ ਦੇ ਕਰਕੇ ਪੜ੍ਹ ਗਏ, ਸਰਦਾਰ ਜੀ ਦੀ ਬਦੌਲਤ ਹੋਇਆ। ਤੇ ਤੁਸੀਂ ਸਰਦਾਰੀ ਲੈ ਲਈ ਨਾ, ਤੁਸੀਂ ਪ੍ਰਚਾਰ ਕਰਾ ਲਿਆ ਨਾ ਆਪਣਾ ਸਿੱਖੀ ਦਾ। ਪਰ ਸਾਡਾ ਸਿਸਟਮ, ਅਸੀਂ ਕੇਵਲ ਰਾਜ ਪਾਠ ਗੱਦੀਆਂ ਦੇ ਲਈ ਲੜਦੇ ਹਾਂ, ਪਰ ਇਹ ਜੀਵਤ ਕੋ ਵਿਵਹਾਰ ਹੈ, ਮਰਨ ਤੋਂ ਬਾਅਦ ਕੁਛ ਵੀ ਨਹੀਂ। ਜੋ ਕੁਛ ਸਾਡਾ ਇਹ ਸਭ ਬੇਗਾਨਾ ਹੈ। ਇਸ ਕਰਕੇ ਇਹਨਾਂ ਚੀਜ਼ਾਂ ਦਾ ਮਾਣ ਛੱਡ ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ। ਫਿਰ ਅਗਲੇ ਵਚਨ ਕੀਤੇ ਸਤਿਗੁਰ ਨੇ, ਆਖਣ ਲੱਗੇ ਜਾਨ ਬੂਝ ਕੇ ਬਾਬਰੇ ਤੈਂ ਕਾਜ ਵਿਗਾਰਿਓ। ਆਖਣ ਲੱਗੇ ਹੇ ਝੱਲੇ ਮਨੁੱਖ, ਹੇ ਪਾਗਲ ਮਨੁੱਖ। ਕਹਿੰਦੇ ਜਾਨ ਬੂਝ ਕੇ, ਬਾਬਰੇ ਦਾ ਅਰਥ ਹੁੰਦਾ ਝੱਲਾ ਮਨੁੱਖ, ਜਾਨ ਬੂਝ ਕੇ ਦਾ ਅਰਥ ਹੈ ਇਹ ਸਭ ਕੁਝ ਜਾਣਦਾ ਹੋਇਆ ਤੇ ਸਮਝਦਾ ਹੋਇਆ। ਤੈਂ ਕਾਜ ਵਿਗਾੜਿਓ, ਤੂੰ ਆਪਣਾ ਕੰਮ ਵਿਗਾੜ ਲਿਆ। ਇਹ ਗੱਲ ਯਾਦ ਰੱਖਣਾ, ਜੀਵਨ ਵਿੱਚ ਅਸੀਂ ਹਰ ਇੱਕ ਕੰਮ ਨੂੰ ਜਾਣਦੇ ਹਾਂ ਵੀ ਇਸ ਦਾ ਰਿਜ਼ਲਟ ਕੀ ਹੈ, ਘਾਟੇ ਬਾਰੇ, ਵਾਧੇ ਬਾਰੇ। ਸਾਨੂੰ ਇਹ ਵੀ ਪਤਾ ਵੀ ਇਹ ਬੋਲਾਂਗੇ ਤੇ ਉਹਦਾ ਨੁਕਸਾਨ ਕੀ ਹੈ, ਇਹ ਬੋਲਾਂਗੇ ਤੇ ਉਹਦਾ ਲਾਭ ਕੀ ਹੈ। ਐਸੀ ਗੱਲ ਨਹੀਂ ਹੈ। ਕਬੀਰ ਸਾਹਿਬ ਨੂੰ ਇਹ ਗੱਲ ਆਖਣੀ ਪਈ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਸਾਡਾ ਮਨ ਜਾਣਦਾ ਹੈ, ਹਰ ਇੱਕ ਗੱਲ ਨੂੰ ਜਾਣਦਾ ਹੈ ਵੀ ਇਹ ਕੰਮ ਗਲਤ ਹੈ। ਸਾਨੂੰ ਪਤਾ ਇਸ ਦਾ ਰਿਜ਼ਲਟ ਨਹੀਂ ਆਉਣਾ। ਗੁਰਬਾਣੀ ਤਾਂ ਹੀ ਕਹਿੰਦੀ ਹੈ, ਮੰਦਾ ਕਿਸੇ ਨਾਲ ਆਗ ਝਗੜਾ ਪਾਵਨਾ, ਵੀ ਕਿਸੇ ਨੂੰ ਮੰਦਾ ਨਾ ਬੋਲ। ਸਾਨੂੰ ਪਤਾ ਅਸੀਂ ਗਾਲ ਕੱਢਾਂਗੇ ਤੇ ਝਗੜਾ ਤੇ ਪਏਗਾ, ਕਿਸੇ ਨੂੰ ਮਾੜਾ ਬੋਲਾਂਗੇ ਤੇ ਝਗੜਾ ਤੇ ਹੋਣਾ ਹੀ ਹੋਣਾ। ਸਾਨੂੰ ਕਈ ਵਾਰੀ ਪਤਾ ਹੁੰਦਾ ਵੀ ਇਸ ਦਾ ਰਿਜ਼ਲਟ ਚੰਗਾ ਨਹੀਂ ਨਿਕਲਣਾ। ਗੁਰੂ ਤੇਗ ਬਹਾਦਰ ਨੂੰ ਕਿਉਂ ਕਹਿਣਾ ਪਿਆ? ਕਹਿੰਦੇ ਜਾਨ ਬੂਝ ਕੇ ਬਾਬਰੇ, ਹੇ ਝੱਲੇ ਮਨੁੱਖ, ਤੂੰ ਜਾਨ ਬੁੱਝ ਕੇ
क्योंकि सब कुछ जानता होया ते सब कुछ समझदा होया तैं काज बिगाड़ियो, तू अपनी जिंदगी दा कम बिगाड़ लिया। देखो, जिंदगी आनंद विच बतीत होवे, उस वास्ते जरूरी है कि अपने जीवन विच नफरत, मेर तेर, हुम हंकार, ईरखा नूं छड्ड दईए, लड़ाई झगड़े समाप्त कर दईए। देखो ना, जिहड़ा बंदा सेवा करदा है उसनूं कोई डर नहीं है, पर जिहड़ा कि छोटे जे पद तो भी इलेक्शन लड़दा ना, वो भी डर दे विच ते सहम च घुमदा है। एक पंचायत का इलेक्शन भी लड़ रहा होवे ना, उन्होंने भी डर है कोई मार ना देवे मैनूं। और कितने लोगों का कतल हुंदा पंचायत के दौरान, जो पंचायत के इलेक्शन होंदे ने। पर तुसीं सेवा करो, बड़े पद्धर ते सेवा करो, दुनिया सानूं जानदी होवे, पर सेवा करन वाले नूं कोई डर नहीं हुंदा। इस करके गुरु साहब नूं इस तरह के वचन बाणी च लिखने पे, जो सुख प्रभ गोबिंद की सेवा सो सुख राज ना लईए। जो सुख गोबिंद की सेवा विच है, वो राज पाठ विच भी नहीं। तुसीं बिना सिकोटी दे गुरुद्वारे आ जांदे हो ना, जे तुहाडा किसी नाल झगड़ा नहीं तो थानूं कोई चिंता नहीं, कोई चिंता नहीं थानूं। तुसीं कित्थे भी विचरो, कित्थे भी घूमो, कोई टेंशन नहीं थानूं। पर जिसकी दुश्मनी है, जिसका लोगों नाल झगड़े ने, वाद विवाद ने, वो हर वेले जीउंदा, जिंदगी के जितने श्वास भी जीउंदा, गुस्ताखी माफ करना, चिंता विच ही जीउंदा है, चिंता विच ही जीउंदा है, ते कि उसने अपना काज नहीं बिगाड़िया। और जान बुझ के उन्हें पता सी भी ये गल होएगी। इस करके सतगुरु जी ने एक वचन साडी झोली च पाया कि तू जान बुझ के इस गल नूं जानदा होया, सब कुछ समझदा होया, वो अपना काम जिहड़ा सी वो बिगाड़ लिया। फिर कहन लगे सतगुरु, जिथे कि तू अपने जिंदगी का काम बिगाड़ लिया, सब कुछ जानते हुए, क्योंकि मन जाने सब बात, जानत ही ओगुण करे। जानदे ही ओगुण करदा मन, पाप करदा, बुरे काम करदा। सानू पता हुंदा है भी ये जिहड़ा काम असीं करन लगे ये ठीक नहीं है। साडे अंदरों आवाज आ रही हुंदी है, असीं अंतर आत्मे की आवाज सुनते नहीं हाँ। एक आवाज मनदी है तो एक अंदर साडे आत्मे चों भी आ रही है। एक आवाज साडे फुरने ने, दूजी आवाज साडे अंतःकरण विचों भी आ रही है, जिथों कि सानू आख्या जा रहा भी ये काम तू ठीक नहीं कर रहा। पर मनुख उस गल नूं सुनदा नहीं है। इन्हूं बहुतात विच पता हुंदा है कि इस तरह मेरा काज बिगड़ना है। एक बच्चा पूरे साल नहीं पढ़िया, नहीं कोई तैयारी की, पेपर सिरते ने, उन्होंने पता है कि मैं फेल होना है, उन्होंने पता है फेल होना है, पढ़दा ते पास होंदा। उन्होंने पता कि पढ़ाई की वैल्यू भी की, उन्होंने पता है कि पढ़ांगा ते पास होवांगा, फिर भी नहीं पढ़िया, आप ही खराब कर लिया ना। इस तरह समझ ली, सौखी जी उदाहरण, जान बुझ के अपना कार्य बिगाड़िया ना। उन्होंने पता सी भी जे पढ़ाई करांगा, मेहनत करांगा तां पास होवांगा, पर उसने की कीता, ना पढ़ाई की, ना मेहनत की, ना ये परवाह की मेरी जिंदगी का एक साल इस क्लास दे विच ही खराब हो जाना। ये सब कुछ जानकारी होंदे, सब कुछ पता होंदे, जान बुझ करके उसने अपनी दी सारी पूरी जिंदगी लाइफ खराब हो जाती है। क्योंकि बंदा जिमें जिमें आलस करता है, क्योंकि चंगियाई आलस करे, चंगियाई आलक करे, बुरियाई होए सेर। जदों असीं चंगियाइयां नूं आलस करदे हां ना, ते बुरियाइयां हावी हो जांदियां साडे उत्ते। ये गल याद रखना जीवन च। इस करके चंगे कर्म वास्ते सतगुर बाणी च लिखदे, कदी आलस ना करी। चंगियाइयां तो आलस करेगा, चंगे कमां तो आलस करेगा, बुरे काम तेरी जिंदगी दे उत्ते हावी हो जाणगे। एक यही वचन इत्थे कारण मार कहने, जान बूझ के बाबरे तै काज बिगाड़ियो, पाप करत सुखचियो नहीं, न गर्भ निवारियो। हे चले मनुख, तू पाप करदा कदे संगदा नहीं। भी पाप करदा कदी सोचा कर भी ये माड़ा काम कर रहा, तैनू संगना चाहिए। मैं बड़े लोग देखे ने गुस्ताखी माफ गुरुद्वारे आउण तो संगदे ने,
ਸੰਗਤ ਵਿੱਚ ਸੇਵਾ ਕਰਨ ਤੋਂ ਸੰਗਦੇ ਨੇ, ਪਰ ਮਾੜੇ ਕੰਮ ਕਰਦੇ ਹੋਏ ਕਦੇ ਨਹੀਂ ਸੰਗਦੇ। ਗੁਰਦੁਆਰੇ ਆਉਂਦਿਆਂ ਸ਼ਰਮ ਲੱਗਦੀ ਉਹਨਾਂ ਨੂੰ, ਸੇਵਾ ਕਰਦਿਆਂ ਸ਼ਰਮ ਲੱਗਦੀ ਹੈ, ਨਾਮ ਜਪਦਿਆਂ ਸ਼ਰਮ ਲੱਗਦੀ ਹੈ, ਹੱਥ ਵਿੱਚ ਗੁਟਕਾ ਫੜ ਕੇ ਪਾਠ ਕਰਨਾ ਉਹਨਾਂ ਨੂੰ ਔਖਾ ਲੱਗਦਾ ਹੈ। ਪਰ ਰਸਤੇ ਦੇ ਵਿੱਚ ਖੜ ਕੇ ਗਲਤ ਕੰਮ ਕਰਦੇ ਆ, ਸ਼ਰਾਬ ਦੀ ਬੋਤਲ ਲੈ ਕੇ ਜਰਦਾ ਮਲਦਿਆਂ ਹੋਇਆਂ ਹੋਰ ਕੰਮ ਕਰਦੇ ਆ, ਉਹਨੂੰ ਕੋਈ ਸੰਗ ਨਹੀਂ ਕਿ ਇਹ ਮਾੜਾ ਕੰਮ ਕਰ ਰਹੇ ਆ, ਲੋਕ ਦੇਖਣਗੇ ਕੀ ਕਹਿਣਗੇ, ਲੋਕ ਦੇਖਣਗੇ ਕੀ ਕਹਿਣਗੇ। ਸ਼ਰਮ ਹੀ ਨਹੀਂ ਬਿਲਕੁਲ ਵੀ, ਸੰਗਦਾ ਨਹੀਂ ਬੰਦਾ, ਮਾੜੇ ਕੰਮ ਤੋਂ ਨਹੀਂ ਸੰਗਦਾ। ਪਰਾਇਆ ਰੂਪ ਤੱਕੀ ਜਾਏਗਾ, ਹੋਰ ਪਤਾ ਨਹੀਂ ਕਿਹੜੇ ਕਿਹੜੇ ਭੈੜੇ ਕੰਮ ਕਰਦਾ ਹੈ, ਉਸ ਵੇਲੇ ਬੰਦਾ ਸੰਗਦਾ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਾਪ ਕਰਤ ਸੁਕਚਿਓ ਨਹੀਂ ਨ ਗਰਮ ਨਿਵਾਰਿਓ। ਕਹਿੰਦੇ ਤੂੰ ਪਾਪ ਕਰਦਾ ਕਦੇ ਸੰਗਦਾ ਹੀ ਨਹੀਂ, ਧਨ ਪਦਾਰਥ ਦਾ ਮਾਨ ਵੀ ਤੂੰ ਦੂਰ ਨਹੀਂ ਕੀਤਾ। ਆਓ ਕਿ ਧਨ ਪਦਾਰਥ ਦਾ ਜਿਹੜਾ ਹੰਕਾਰ ਸੀ ਉਹ ਦੂਰ ਕਰਦਾ, ਪਰ ਉਹ ਹੰਕਾਰ ਵੀ ਸਿਰ ਤੇ ਰੱਖਿਆ ਹੋਇਆ। ਸਾਡੀ ਤਾਂ ਕਹਾਣੀ ਇਹ ਹੈ ਨਾ, ਮਹਾਰਾਜ ਕਹਿੰਦੇ ਵਿਕਾਰ ਪਾਥਰ ਗਲੇ ਬਾਂਧਿਓ ਨਿੰਦ ਪੋਟ ਸਰਾਏ। ਵਿਕਾਰ ਦੇ ਪੱਥਰ ਗਲੇ ਨੂੰ ਬੰਨੇ ਹੋਏ ਨੇ, ਔਰ ਨਿੰਦਾ ਦੀ ਪਣ ਸਿਰ ਤੇ ਰੱਖੀ ਹੋਈ ਹੈ। ਤੇ ਮਹਾਰਾਜ ਕਹਿੰਦੇ ਮਹਾਸਾਗਰ ਸਮਝ ਲੰਘਣਾ ਪਾਰ ਨਾ ਪਰਨਾ ਜਾਏ। ਮਹਾਸਾਗਰ ਨੂੰ ਲੰਘਣਾ ਬੜਾ ਔਖਾ ਹੈ, ਪਰ ਤੇਰਾ ਤਾਂ ਪਾਰ ਹੋਣਾ ਔਖਾ ਹੈ, ਕਿਉਂਕਿ ਤੂੰ ਤਾਂ ਇਤਨਾ ਭਾਰ ਲੱਦਿਆ ਹੋਇਆ। ਖਾਲੀ ਲੋਕ ਤਾਂ ਮੁਸਾ ਇੱਥੋਂ ਲੰਘਦੇ ਨੇ, ਮਹਾਰਾਜ ਕਹਿੰਦੇ ਤੂੰ ਤੇ ਭਾਰ ਹੀ ਬੜਾ ਲੱਦਿਆ ਹੋਇਆ। ਵਿਕਾਰ ਦੇ ਪੱਥਰ ਗਲੇ 'ਚ ਬੰਨੇ ਨੇ, ਉਹ ਨਿੰਦਾ ਦੀ ਪੰਡ ਸਿਰ ਤੇ ਰੱਖੀ ਹੋਈ ਹੈ, ਕਿਉਂਕਿ ਪਾਪ ਕਰਦਿਆਂ ਕਰਦਿਆਂ ਪੰਡ ਭਾਰੀ ਹੁੰਦੀ ਜਾਂਦੀ ਹੈ ਨਾ। ਫਿਰ ਮਨੁੱਖ ਕਦੇ ਆਪਣੇ ਜੀਵਨ ਦੇ ਵਿੱਚੋਂ ਹੰਕਾਰ ਨਹੀਂ ਛੱਡਦਾ, ਸਗੋਂ ਇਹ ਸੋਚਣਾ ਚਾਹੀਦਾ ਹੈ ਵੀ ਦਾਤੇ ਤੂੰ ਸਾਡੇ ਉੱਤੇ ਕਿਰਪਾ ਕੀਤੀ, ਜੇ ਮੇਰੇ ਕੋਲ ਇਹ ਦਾਤ ਹੈ ਇਹ ਤੇਰੀ ਕਿਰਪਾ ਨਾਲ ਹੈ। ਜਦੋਂ ਮੈਂ ਸ਼ੇਖ ਸਾਦੀ ਜੀ ਦੇ ਜੀਵਨ ਬਾਰੇ ਪੜ੍ਹਦਾ ਨਾ, ਸ਼ੇਖ ਸਾਦੀ ਜੀ ਬਹੁਤ ਵੱਡੇ ਰਾਈਟਰ ਹੋਏ, ਲਿਖਾਰੀ ਹੋਏ, ਬੜੀ ਬੰਦਗੀ ਵਾਲੀ ਰੂਹ ਸੀ, ਬੜਾ ਕੁਛ ਉਹਨਾਂ ਨੇ ਰੂਹਾਨੀਅਤ ਤੇ ਲਿਖਿਆ। ਉਹ ਇੱਕ ਗੱਲ ਨੂੰ ਬੜੇ ਵਾਕਮਾਲ ਢੰਗ ਦੇ ਨਾਲ ਸਮਝਾਉਂਦੇ ਨੇ। ਕਹਿੰਦੇ ਇੱਕ ਵਾਰੀ ਮੈਂ ਮਸਜਿਦ ਦੇ ਉੱਤੇ ਸਿਜਦਾ ਕਰਨ ਜਾ ਰਿਹਾ ਸੀ। ਕਹਿੰਦੇ ਗਰਮੀਆਂ ਦੇ ਦਿਨ, ਜੇਠ ਹਾੜ ਦੀ ਗਰਮੀ, ਮੇਰੇ ਪੈਰਾਂ ਵਿੱਚ ਜੋੜਾ ਨਹੀਂ ਸੀ। ਇੱਕ ਨਵਾਬ ਕੋਲ ਨੂੰ ਲੰਘਿਆ। ਕਹਿੰਦੇ ਉਹ ਜਿਹੜਾ ਨਵਾਬ ਲੰਘਿਆ ਸੀ ਉਸਦੇ ਕੋਲ ਘੋੜਾ ਵੀ ਸੀ ਤੇ ਜੋੜਾ ਵੀ ਸੀ। ਮੈਂ ਉਸ ਵੇਲੇ ਹੀ ਕਿਹਾ ਅੱਲਾਹ ਤਾਲਾ ਵੀ ਤੇਰੇ ਘਰ ਦੇ ਵਿੱਚ ਕੋਈ ਇਨਸਾਫ ਨਹੀਂ, ਤੇਰੇ ਘਰ ਦੇ ਵਿੱਚ ਮੈਨੂੰ ਲੱਗਦਾ ਕੋਈ ਇਨਸਾਫ ਨਹੀਂ। ਇੱਕ ਬੰਦੇ ਕੋਲ ਘੋੜਾ ਵੀ ਹੈ ਤੇ ਉਹਦੇ ਕੋਲ ਜੋੜਾ ਵੀ ਹੈ, ਪਾਓ ਬਹੁਤ ਸੁੰਦਰ ਜੋੜੇ ਵੀ ਪਾਏ ਨੇ ਪੈਰਾਂ ਦੇ ਵਿੱਚ, ਮੇਰੇ ਕੋਲ ਜੋੜਾ ਵੀ ਨਹੀਂ, ਉਹਦੇ ਕੋਲ ਘੋੜਾ ਵੀ ਹੈ, ਤੇਰੇ ਘਰ 'ਚ ਕੋਈ ਇਨਸਾਫ ਨਹੀਂ। ਕਹਿੰਦੇ ਮੈਂ ਅੱਲਾ ਨੂੰ ਗਿੱਲਾ ਕਰਦੇ ਕਰਦੇ ਦੁਪਹਿਰ ਦਾ ਵਕਤ, ਜਦੋਂ ਦੁਪਹਿਰ ਦੀ ਨਮਾਜ਼ ਪੜ੍ਹਨ ਵਾਸਤੇ ਕਹਿੰਦੇ ਮਸਜਿਦ ਦੀ ਪੌੜੀ ਚੜ੍ਹਨ ਲੱਗਿਆ, ਕਿ ਦੇਖਦਾ ਕਿ ਇੱਕ ਬੰਦਾ ਉਹ ਜਿਸਦੇ ਦੋਵੇਂ ਪੈਰ ਨਹੀਂ ਸਨ, ਤੇ ਉਹ ਵੀ ਮਸਜਿਦ ਦੀ ਪੌੜੀਆਂ ਚੜ੍ਹ ਰਿਹਾ ਸੀ। ਗਰਮ ਹੋ ਰਹੀਆਂ ਸਨ ਤਾਂ ਵੀ ਚੜ੍ਹ ਕੇ, ਔਰ ਜਦੋਂ ਉੱਪਰ ਚੜ੍ਹ ਕੇ ਕਿਹਾ ਵੀ ਅੱਲਾਹ ਤਾਲਾ ਤੇਰਾ ਸ਼ੁਕਰਾਨਾ ਹੈ ਕਿ ਨਮਾਜ਼ ਤੋਂ ਪਹਿਲਾਂ ਪਹੁੰਚ ਗਏ ਹਾਂ, ਤੇਰੀ ਨਮਾਜ਼ ਅਦਾ ਹੋ ਜਾਵੇਗੀ, ਹੁਣ ਤੇਰਾ ਸ਼ੁਕਰਾਨਾ ਹੈ ਕਿ ਤੂੰ ਸਮਾਂ ਸਿਰ ਇੱਥੇ ਤੱਕ ਲੈ ਕੇ ਆਇਆ। ਉਸ ਵੇਲੇ ਕਹਿੰਦੇ ਸ਼ੇਖ ਸਾਦੀ ਕਹਿੰਦੇ ਮੇਰੀ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਸੀ। ਸ਼ੇਖ ਸਾਦੀ ਅੱਜ ਤੂੰ ਕੀ ਕੀਤਾ, ਆਪਣੇ ਅੱਲਾਹ ਤਾਲਾ ਨੂੰ ਉਲਾਂਭਾ ਦਿੱਤਾ। ਅੱਲਾਹ ਤਾਲਾ ਕੋਈ ਗੱਲ ਨਹੀਂ, ਜੇ ਮੈਨੂੰ ਘੋੜਾ ਨਹੀਂ ਦਿੱਤਾ, ਜੋੜਾ ਨਹੀਂ ਦਿੱਤਾ, ਤੂੰ ਪੈਰ ਤਾਂ ਮੈਨੂੰ ਦਿੱਤੇ ਨੇ, ਸਲਾਮਤ ਨੇ ਤੇਰੀ ਕਿਰਪਾ ਦੇ ਨਾਲ। ਉਹਦੇ ਕੋਲ ਤਾਂ ਪੈਰ ਵੀ ਨਹੀਂ, ਉਹ ਤਾਂ ਵੀ ਤੇਰਾ ਸ਼ੁਕਰਾਨਾ ਕਰ ਰਿਹਾ। ਉਚਾਰਨ ਕਰੋ ਸਤਨਾਮ, ਉਹ ਤਾਂ ਵੀ ਸ਼ੁਕਰਾਨਾ ਕਰ ਰਿਹਾ। ਜੇ ਤੁਸੀਂ ਪੈਦਲ ਜਾ ਰਹੇ ਨਾ, ਸ਼ੁਕਰਾਨਾ ਕਰੋ। ਜੇ ਤੁਸੀਂ ਸਾਈਕਲ ਤੇ ਹੋ ਤਾਂ ਪੈਦਲ ਵਾਲੇ ਦੀ ਮਜ਼ਾਕ ਨਾ ਉਡਾਓ। ਜੇ ਤੁਸੀਂ ਮੋਟਰਸਾਈਕਲ ਤੇ ਹੋ ਤੇ ਸਾਈਕਲ ਵਾਲੇ ਦੀ ਮਜ਼ਾਕ ਨਾ ਉਡਾਓ। ਜੇ ਮੋਟਰਸਾਈਕਲ ਵਾਲਾ ਜਾ ਰਿਹਾ ਤੇ ਤੁਸੀਂ ਗੱਡੀ 'ਚ ਹੋ ਤਾਂ ਮੋਟਰਸਾਈਕਲ ਵਾਲੇ ਦੀ ਮਜ਼ਾਕ ਨਾ ਉਡਾਓ। ਜੇ ਤੁਸੀਂ ਵੱਡੀ ਕਾਰ 'ਚ ਜਾ ਰਹੇ ਹੋ, ਜੇ ਕੋਈ ਛੋਟੀ ਕਾਰ ਵਾਲਾ, ਉਹਦੀ ਮਜ਼ਾਕ ਨਾ ਉਡਾਓ, ਕਿਉਂਕਿ ਇਹ ਦਾਤ ਤੁਹਾਡੀ ਨਹੀਂ ਹੈ, ਇਹ ਵਾਹਿਗੁਰੂ ਨੇ ਦਿੱਤੀ ਹੈ ਦਾਤ। ਸਗੋਂ ਦਾ ਸ਼ੁਕਰਾਨਾ ਕਰੋ ਦਾਤਾ ਵੀ ਸਾਨੂੰ ਇਹ ਸੁੱਖ ਤੂੰ ਦਿੱਤਾ ਹੈ ਮਾਣਨ ਵਾਸਤੇ, ਤੂੰ ਇਹ ਕਿਰਪਾ ਕੀਤੀ ਸਾਡੇ ਉੱਤੇ।
ਸਾਡੀ ਲਿਆਕਤ ਨਹੀਂ ਸੀ। ਦੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਬਚਨ ਸਾਡੇ ਮਾਣ ਨੂੰ ਦੂਰ ਕਰ ਦਿੰਦੇ ਨੇ। ਜਦੋਂ ਮਹਾਰਾਜ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਏ। ਮੈਂ ਨਿਰਗੁਣ ਯਾਰ ਸਾਂ ਸੱਚੇ ਪਾਤਸ਼ਾਹ, ਮੇਰੇ ਵਿੱਚ ਇੱਕ ਵੀ ਗੁਣ ਨਹੀਂ ਸੀ, ਤੈਨੂੰ ਕਿਵੇਂ ਮੇਰੇ ਤੇ ਤਰਸ ਆ ਗਿਆ? ਤੂੰ ਮੇਰੇ ਉੱਤੇ ਤਰਸ ਕੀਤਾ, ਇਤਨਾ ਕੁਝ ਦੇ ਦਿੱਤਾ। ਜਦੋਂ ਉਸ ਦਾ ਤਰਸ ਦੇਖਾਂਗੇ ਨਾ, ਫਿਰ ਅਹੰਕਾਰ ਤੋਂ ਬਚ ਜਾਵਾਂਗੇ। ਪਰ ਮਨੁੱਖ ਇਹ ਪਾਸਾ ਦੇਖਦਾ ਹੀ ਨਹੀਂ ਵੀ ਜੋ ਕੁਛ ਹੈ ਮਾਲਕ ਦੀ ਕਿਰਪਾ ਨਾਲ ਹੈ, ਉਹਦੀ ਦਾਤ ਹੈ, ਪਿਆਰੇ ਨੇ ਕਿਰਪਾ ਕੀਤੀ। ਬੰਦਾ ਪਾਪ ਕਰਦਿਆਂ ਨਾ ਸੰਕੋਚ ਨਹੀਂ ਕਰਦਾ, ਸੰਗਦਾ ਨਹੀਂ, ਨਾ ਹੀ ਆਪਣੇ ਹੰਕਾਰ ਨੂੰ ਛੱਡਦਾ ਹੈ। ਸਤਿਗੁਰੂ ਆਖ ਰਹੇ ਨੇ ਤੇ ਅਗਲੇ ਵਚਨ ਮਹਾਰਾਜ ਨੇ ਕੀਤੇ, ਜਿਹੇ ਵਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ। हे ਭਾਈ, ਗੁਰੂ ਨੇ ਮੈਨੂੰ ਜਿਸ ਤਰ੍ਹਾਂ ਉਪਦੇਸ਼ ਕੀਤਾ ਉਹ ਤੂੰ ਵੀ ਸੁਣ ਲੈ। ਗੁਰੂ ਤੇਗ ਬਹਾਦਰ ਮਹਾਰਾਜ ਆਖ ਰਹੇ ਨੇ ਕਿ हे ਭਾਈ, ਗੁਰੂ ਨੇ ਜਿਸ ਵਿਧ ਨਾਲ, ਜਿਸ ਢੰਗ ਨਾਲ, ਜਿਸ ਤਰ੍ਹਾਂ ਮੈਨੂੰ ਉਪਦੇਸ਼ ਕੀਤਾ ਉਹ ਤੂੰ ਵੀ ਸੁਣ ਲੈ। ਕੀ ਉਪਦੇਸ਼ ਕੀਤਾ? ਨਾਨਕ ਕਹਿਤ ਪੁਕਾਰ ਕੇ ਗਹੁ ਪ੍ਰਭ ਸਰਨਾਈ। ਨਾਨਕ ਤੈਨੂੰ ਪੁਕਾਰ ਕੇ ਆਖਦਾ, हे ਭਾਈ ਤੂੰ ਪ੍ਰਭੂ ਦੀ ਸ਼ਰਨ ਪਿਆ ਰਹਿ, ਪਰਮਾਤਮਾ ਦਾ ਨਾਮ ਜਪਿਆ ਕਰ। ਨਾਨਕ ਤਾਂ ਤੈਨੂੰ ਪੁਕਾਰ ਪੁਕਾਰ ਕੇ ਆਖਦਾ ਹੈ, ਪੁਕਾਰ ਪੁਕਾਰ ਕੇ ਕਹਿੰਦਾ, हे ਭਾਈ ਗੁਰੂ ਨੇ ਜਿਸ ਤਰ੍ਹਾਂ ਮੈਨੂੰ ਉਪਦੇਸ਼ ਕੀਤਾ ਤੂੰ ਵੀ ਸੁਣ ਲੈ। ਉਪਦੇਸ਼ ਕੀ ਹੈ? ਕਿ ਪ੍ਰਭੂ ਦੀ ਸ਼ਰਨ ਪਿਆ ਰਹਿ। ਗਹਿਓ ਗਹੋ ਪ੍ਰਭ ਸਰਨਾਈ। ਗਹੋ ਦਾ ਅਰਥ ਹੈ ਫੜੋ, ਪ੍ਰਭ ਦਾ ਅਰਥ ਹੈ ਪਰਮਾਤਮਾ ਦੀ, ਸਰਨਾਈ ਦਾ ਅਰਥ ਹੈ ਸ਼ਰਨ ਪਾਓ। ਕਿ ਪਰਮਾਤਮਾ ਦੀ ਸ਼ਰਨ ਪਿਆ ਰਹਿ, ਸਦਾ ਪ੍ਰਭੂ ਦਾ ਨਾਮ ਜਪਿਆ ਕਰ। ਮੈਨੂੰ ਗੁਰੂ ਨੇ ਇਹ ਉਪਦੇਸ਼ ਦਿੱਤਾ ਹੈ, ਗੁਰੂ ਨੇ ਮੈਨੂੰ ਇਹ ਸਮਝਾਇਆ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਆਖ ਰਹੇ ਨੇ। ਔਰ ਸ਼ਰਨ ਵਿੱਚ ਪੈ ਕੇ ਕਰਨਾ ਕੀ ਹੈ? ਹਰ ਜਸ ਰੇ ਮਨਾ ਗਾਇਲ ਹੈ, ਜੋ ਸੰਗੀ ਹੈ ਤੇਰੇ। ਜਿਹੜਾ ਤੇਰਾ ਸਾਥੀ ਹੈ ਉਹਦਾ ਜਸ ਗਾ ਲੈ। ਔਸਰ ਬੀਤਿਓ ਜਾਤ ਹੈ, ਕਹਿਓ ਮਾਨ ਨਾ ਮੇਰੋ। ਕਿਉਂਕਿ ਉਮਰ ਬਤੀਤ ਹੁੰਦੀ ਜਾ ਰਹੀ ਹੈ, ਸੋ ਕਹਿੰਦੇ ਮੇਰਾ ਆਖਿਆ ਮੰਨ ਲੈ। ਗੁਰੂ ਕਿਰਪਾ ਕਰੇ ਕਿ ਅਸੀਂ ਗੁਰੂ ਕਾ ਇਹ ਉਪਦੇਸ਼ ਆਪਣੇ ਜੀਵਨ ਦਾ ਆਧਾਰ ਬਣਾਈਏ ਅਤੇ ਗੁਰੂ ਸਾਹਿਬ ਜੀ ਦੀ ਇਹ ਪਿਆਰੀ ਸਿੱਖਿਆ ਦੇ ਰਾਹੀਂ ਆਪਣੇ ਜੀਵਨ ਨੂੰ ਸਫਲਾ ਕਰੀਏ। ਅੱਜ ਧੰਨ ਧੰਨ ਗੁਰੂ ਹਰਿ ਰਾਇ ਪਿਤਾ ਮਹਾਰਾਜ ਦਾ ਗੁਰਗੱਦੀ ਦਿਵਸ ਹੈ। ਉਸ ਦੀਆਂ ਵੀ ਲੱਖ ਲੱਖ ਵਧਾਈਆਂ ਆਪ ਸਾਰੀਆਂ ਸੰਗਤਾਂ ਨੂੰ, ਸਤਿਗੁਰਾਂ ਨੂੰ। 1644 ਦੇ ਵਿੱਚ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਗੁਰਗੱਦੀ ਬਖਸ਼ੀ ਸੀ। ਅੱਜ ਉਹਨਾਂ ਦਾ ਗੁਰਗੱਦੀ ਨਸੀਨੀ ਪੁਰਬ ਹੈ। ਅੱਜ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਦਾ ਵੀ ਜਨਮ ਦਿਹਾੜਾ। ਉਸ ਦੀਆਂ ਵੀ ਵਧਾਈਆਂ। ਇਤਨੇ ਵਚਨ ਪ੍ਰਵਾਨ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 13 ਤਰੀਕ ਦੀ ਵਿਸਾਖੀ ਆ ਰਹੀ ਹੈ, ਜਿਸ ਦੇ ਸੰਬੰਧ ਵਿੱਚ 11 ਤਰੀਕ ਸਵੇਰੇ 8 ਵਜੇ ਪਾਠ ਆਰੰਭ ਹੋਣਗੇ। 11 ਤਰੀਕ ਨੂੰ ਹੀ ਇਸ ਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ 400 ਸਾਲਾ ਅਤੇ ਖਾਲਸਾ ਸਿਰਜਣਾ ਦੀ ਖੁਸ਼ੀ ਵਿੱਚ ਇੱਕ ਮਹਾਨ ਪ੍ਰਭਾਤ ਫੇਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਸ ਸਥਾਨ ਤੋਂ ਨਿਕਲੇਗੀ। ਸਵੇਰੇ 5 ਵਜੇ ਦਾ ਸਮਾਂ ਆਰੰਭਤਾ ਦਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਂ ਸਿਰ ਪੁੱਜ ਕੇ ਉਸ ਪ੍ਰਭਾਤ ਫੇਰੀ ਵਿੱਚ ਲਾਹਾ ਲੈਣਾ। ਬਾਹਰ ਬੋਰਡ ਲਿਖਿਆ ਲੱਗਿਆ ਹੋਇਆ, ਸਾਰੀ ਜਾਣਕਾਰੀ ਦਿੱਤੀ ਹੈ। ਇੱਥੋਂ MS ਬਲੋਕ ਰਾਮਗੜੀਆ ਸਭਾ ਤੋਂ BE ਬਲੋਕ ਵਾਪਸੀ, ਐਸੀ ਸਥਾਨ ਤੋਂ ਦੀ ਸਮਾਪਤੀ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਵੱਧ ਚੜ ਕੇ ਹਾਜ਼ਰੀਆਂ ਭਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰੂ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇੱਕ ਲੜੀ ਜੋ ਅਖੰਡ ਪਾਠਾਂ ਦੀ ਆਰੰਭ ਕੀਤੀ ਜਾਏਗੀ। ਸੋ ਉਸ ਦੀ ਸੇਵਾ ਵੀ ਸੰਗਤਾਂ ਪਾਸੋਂ ਆਈਆਂ ਹਨ। ਉਹ ਅਖੰਡ ਪਾਠ ਵੀ 17 ਤਰੀਕ ਤੋਂ ਆਰੰਭ ਹੋ ਰਹੇ ਹਨ। 17 ਤੋਂ ਲੈ ਕੇ 1 ਤਰੀਕ ਤੱਕ ਲਗਾਤਾਰ ਅਖੰਡ ਪਾਠ, ਇੱਕ ਪਾਠ ਰੱਖਿਆ ਜਾਇਆ ਕਰੇਗਾ। ਉਸ ਦੀ ਸਮਾਪਤੀ ਨਾਲ ਹੀ ਦੂਜੇ ਪਾਠ ਦੀ ਆਰੰਭਤਾ। ਇਸ ਤਰ੍ਹਾਂ ਇਹ ਲੜੀ ਦੇ ਵਿੱਚ ਜਿਤਨੇ ਵੀ ਪਾਠ ਹੋਣਗੇ ਉਹਨਾਂ ਦੀ ਆਖਿਰਲੇ ਦਿਨ ਸਾਰੀ ਸੰਗਤ ਦੀ ਸੰਗਤੀ ਰੂਪ 'ਚ ਵੀ ਅਰਦਾਸ ਹੋਏਗੀ ਤੇ ਸਾਰਿਆਂ ਦਾ ਮਾਣ ਸਤਿਕਾਰ ਕੀਤਾ ਜਾਏਗਾ। ਸੋ ਜਿਨ੍ਹਾਂ ਨੇ ਸੇਵਾ ਲਈ, ਗੁਰੂ ਸਾਹਿਬ ਕਿਰਪਾ ਕਰਨ, ਸਾਰਿਆਂ ਦੇ ਸਿਰ ਤੇ ਆਪਣਾ ਮਿਹਰ ਦਾ ਹੱਥ ਰੱਖਣ, ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖਣ ਜੀ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ, ਡੋਲਨ ਤੇਰਾ ਸੋ ਪ੍ਰਭੂ, ਨਾਨਕ ਦੇ ਕਰ ਹੱਥ।